सब तो पहला आम आदमी पार्टी आई 300 यूनिट्स लेके, फिर अकाली दल आया 400 यूनिट्स लेके बिजली दियाँ, ਤੇ ਹੁਣ ਬੀਜੇਪੀ ਤੇ ਕਾਂਗਰਸ ਤੋਂ ਅਸੀਂ 500 ਤੇ 600 यूनिट्स ਦੀ ਉਮੀਦ ਕਰ ਸਕਦੇ ਹਾਂ। ਪ੍ਰਸ਼ਨ ਇਹ ਹੈ ਕਿ ਵੀ ਤੁਸੀਂ ਰੈਵਨਿਊ ਕਿੱਥੋਂ ਜਨਰੇਟ ਕਰੋਗੇ। ਇਹਨਾਂ ਵਾਅਦਿਆਂ ਦਾ ਵੀ ਉਹੀ ਹਾਲ ਹੈ ਜੋ ਕਾਂਗਰਸ ਦੇ ਵਾਅਦੇ 2017 ਚ ਹੋਏ ਸੀ। ਇੱਕ ਵੀ ਵਾਅਦਾ 100% ਪੂਰਾ ਨਹੀਂ ਹੋਇਆ ਕਾਂਗਰਸ ਦਾ। ਇਹ ਵਾਅਦੇ ਜਿਹੜੇ ਹੈਗੇ ਆ ਸਿਰਫ ਛਲਾਵਾ ਹੈ। ਆਪਣਾ ਕੇਜਰੀਵਾਲ ਉਹਨਾਂ ਨੇ ਦਿੱਲੀ ਦੇ ਵਿੱਚ 5000 ਬੱਸਾਂ ਦਾ ਵਾਅਦਾ ਕੀਤਾ ਸੀ ਪਾਉਣ ਦਾ, ਨਹੀਂ ਪਈਆਂ। ਤੇ ਜੇ ਵਾਅਦੇ ਤੁਸੀਂ ਸਿਰਫ ਵੋਟਾਂ ਲੈ ਲਈਏ ਤਾਂ ਛਲਾਵਾ ਹੈ ਨਾ। ਫਿਰ ਤਾਂ ਜਿਹੜੀ ਗੱਲ ਅੱਜ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ 'ਚ ਕਹੀ ਜਾਂ ਅਕਾਲੀ ਦਲ ਨੇ ਦੇਖਮ ਦੇਖੀ ਜਿਹੜਾ ਹੈਗਾ ਕਿ ਵੀ ਇਹ ਕਰਾਂਗੇ, ਇਹ ਵਾਅਦੇ ਪੂਰੇ ਹੋਣ ਵਾਲੇ ਨਹੀਂ। ਹਜੇ ਤੱਕ ਕੋਈ ਵੀ ਐਸੀ ਅਨਾਉਂਸਮੈਂਟ ਬੀਜੇਪੀ ਵੱਲੋਂ ਨਹੀਂ ਹੋਈ ਜਿੱਤੋਂ ਜਨਤਾ ਨੂੰ ਜਾਣਨ ਦਾ ਮੌਕਾ ਮਿਲੇ ਕਿ ਬੀਜੇਪੀ ਪੰਜਾਬ ਜਾ ਕੇ ਕੀ ਕਰੇਗੀ। ਉਹ ਮੈਨੀਫੈਸਟੋ ਹੋਏਗਾ ਜਿਹੜਾ ਪੂਰਾ ਹੋਣ ਵਾਲਾ ਹੋਏਗਾ। ਉਹ ਇਸ ਤਰ੍ਹਾਂ ਦੇ ਵਾਅਦੇ ਨਹੀਂ ਹੋਣਗੇ ਕਿ ਲੋਕੀ ਕਹਿਣ ਕਿ ਬਈ ਇਹ ਸਮੁੰਦਰ 'ਚੋਂ ਜਲਦੀ ਲਾਲਟਨ ਜਿਹੜੀ ਹੈਗੀ ਹੈ ਕੱਢ ਰਹੇ। ਮਗਰ ਸਰ ਵਾਅਦੇ ਤਾਂ ਮੋਦੀ ਸਰਕਾਰ ਨੇ ਵੀ ਬਹੁਤ ਕੀਤੇ ਸੀ, ਪੂਰੇ ਤਾਂ ਉਹ ਵੀ ਨਹੀਂ ਹੋਏ। ਕਿ ਜਿੰਨੇ ਵਾਅਦੇ ਪੂਰੇ ਹੋਏ, ਠੀਕ ਹੈ ਨਾ। ਹੁਣ 14 ਦੇ ਵਾਅਦੇ ਸੀਗੇ, ਠੀਕ ਹੈ, 2019 ਚ ਰਿਪੀਟ ਹੋ ਗਈ। ਜਦੋਂ ਭਾਰਤੀ ਜਨਤਾ ਪਾਰਟੀ ਕਹੀ ਗਈ ਕਿ ਨਸ਼ੇ ਅਸੀਂ ਖਤਮ ਕਰਨੇ ਆ, ਲੋਕੀ ਵਿਸ਼ਵਾਸ ਕਰਦੇ ਆ। ਸੋ ਭਾਰਤੀ ਜਨਤਾ ਪਾਰਟੀ ਜਿਹੜੇ ਹੈਗਾ ਡਰੱਗਸ ਦਾ ਜਿਹੜਾ ਮੈਨੇਸ ਹੈਗਾ ਪੰਜਾਬ 'ਚੋਂ ਖਤਮ ਕਰੇਗੀ। ਮਗਰ ਸਰ ਬੀਜੇਪੀ ਚੁੱਪ ਕਿਉਂ ਹੈ ਪੰਜਾਬ ਦੇ ਵਿੱਚ? ਕਦੇ ਐਕਟਿਵ ਜ਼ਿਆਦਾ ਨਜ਼ਰ ਨਹੀਂ ਆ ਰਹੀ। ਕਾਫੀ ਮੁੱਦੇ ਹੁੰਦੇ ਨੇ ਪੰਜਾਬ ਦੇ ਵਿੱਚ ਜਿੱਥੇ ਹੋਰ ਪਾਰਟੀਆਂ ਵਿਰੋਧ ਕਰਨ ਜਾਂਦੀਆਂ ਨੇ, ਬਟ ਬੀਜੇਪੀ ਕਦੇ ਵਿਰੋਧ ਨਹੀਂ ਕਰਨ ਜਾਂਦੀ। ਅਗਰ ਕਿਸੇ ਹੋਰ ਨਾਲ ਗਲਤ ਹੋ ਰਿਹਾ ਤਾਂ ਬੀਜੇਪੀ ਕਦੇ ਵੀ ਵਿਰੋਧ ਪ੍ਰਦਰਸ਼ਨ ਕਰਦੀ ਦਿਖਾਈ ਨਹੀਂ ਦਿੰਦੀ। ਭਾਰਤੀ ਜਨਤਾ ਪਾਰਟੀ ਜਿੱਥੇ ਜਨਤਾ ਦੀ ਮੰਗ ਉਠਾਣੀ ਆ ਉਹ ਉਠਾਈ ਜਾਂਦੀ ਹੈਗੀ ਹੈ। ਹਾਲਾਤ ਜੋ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ, ਕਿਤੇ ਵੀ ਬੀਜੇਪੀ ਨੂੰ ਮੀਟਿੰਗ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਕਿਸਾਨਾਂ ਵੱਲੋਂ, ਤਾਂ ਕਿ ਉਹ ਇਲੈਕਸ਼ਨਸ ਦੇ ਸਮੇਂ ਤੇ ਆ ਕੇ ਆਪਣਾ ਪ੍ਰਚਾਰ ਕਰ ਪਾਏਗੀ। ਤੁਸੀਂ ਨੀਤੀਆਂ ਦਾ ਵਿਰੋਧ ਕਰਨਾ, ਵਿਅਕਤੀਗਤ ਵਿਰੋਧ ਨਹੀਂ ਹੋਣਾ ਚਾਹੀਦਾ। ਵਿਅਕਤੀਗਤ ਵਿਰੋਧ ਦੀ ਕੋਈ ਸਥਾਨ ਨਹੀਂ ਹੈਗਾ। ਹੁਣ ਕਿਸਾਨ ਭਰਾ ਨੂੰ ਫਾਰਮ ਲਾਜ਼ ਨਹੀਂ ਪਸੰਦ, ਮੈਂ ਜਿਹੜਾ ਵਿਰੋਧ ਕਰ ਰਿਹਾ ਮੈਂ ਉਹਦਾ ਹਾਮੀ ਹਾਂ। ਤੁਸੀਂ ਆਪਣਾ ਨੀਤੀ ਦਾ ਵਿਰੋਧ ਕਰੋ। ਸੋ ਉਸ ਨਾਤੇ ਜਿਹੜਾ ਹੈਗਾ ਕਿਸਾਨ ਭਰਾ ਵਿਰੋਧ ਕਰਨ, ਕੇਂਦਰ ਸਰਕਾਰ ਦਾ ਕਰਨ। ਜਿੱਦ ਤੱਕ ਸਵਾਲ ਹੈ ਕਿ ਜਿੱਦਾਂ ਉਹ ਕਾਰਜਕ੍ਰਮ ਕਰਦੇ ਆ ਤੇ ਅਸੀਂ ਉਹਨਾਂ ਦਾ ਵਿਰੋਧ ਥੋੜੀ ਕਰਦੇ ਹਾਂ। ਸੋ ਉਸ ਨਾਤੇ ਜਿਹੜਾ ਵਿਅਕਤੀਗਤ ਵਿਰੋਧ ਹੈ, ਜੇ ਪਾਰਟੀ ਭਾਰਤੀ ਜਨਤਾ ਪਾਰਟੀ ਕੋ ਕਾਰਜਕ੍ਰਮ ਕਰ ਰਹੀ ਹੈ, ਠੀਕ ਹੈ ਨਾ, ਉਹ ਜਾ ਕੇ ਵਿਅਕਤੀਗਤ ਤੌਰ ਦੇ ਉੱਤੇ ਜਾ ਕੇ ਡਿਸਟਰਬ ਕਰਨਾ ਉਹ ਠੀਕ ਨਹੀਂ ਹੈ। ਮਗਰ ਜੋ ਰਿਐਕਸ਼ਨਸ ਬੀਜੇਪੀ ਵੱਲੋਂ ਆਉਂਦੇ ਨੇ ਜਦੋਂ ਕਿਸਾਨ ਉਹਨਾਂ ਦਾ ਜਾ ਕੇ ਵਿਰੋਧ ਕਰਦੇ ਨੇ, ਕੀ ਉਹ ਸਹੀ ਨੇ? ਉਹ ਆਪੱਤੀਜਨਕ ਲੈਂਗੁਏਜ ਯੂਜ਼ ਕਰਦੇ ਨੇ। ਰੀਸੈਂਟਲੀ ਲੁਧਿਆਣੇ ਦੇ ਵਿੱਚ ਹੋਇਆ ਤੇ ਉੱਥੇ ਲਾਠੀਆਂ ਤੱਕ ਬੀਜੇਪੀ ਵੱਲੋਂ ਆਈਆਂ ਗਈਆਂ। ਕੀ ਤੁਸੀਂ ਉਹਨੂੰ ਸਹੀ ਮੰਨਦੇ ਹੋ? ਮੈਂ ਉਸ ਗੱਲ ਨੂੰ ਨਹੀਂ ਸਲਾਹੁੰਦਾ। ਵਿਅਕਤੀਗਤ ਵਿਰੋਧ ਕਰਨਾ ਕਿਸੇ ਪੱਖੋਂ ਵੀ ਹੋਵੇ, ਕੋਈ ਵੀ ਕਰੇ, ਉਹ ਠੀਕ ਨਹੀਂ ਹੈ। ਅਮਨ ਸ਼ਾਂਤੀ ਇੱਕ ਕਾਇਮ ਰਹਿਣੀ ਚਾਹੀਦੀ ਔਰ ਕਿਸੇ ਨੂੰ ਵੀ ਹੱਕ ਨਹੀਂ ਹੈ ਕਿਸੇ ਪਾਰਟੀ ਨੂੰ, ਕਿਸੇ ਵਿਅਕਤੀ ਨੂੰ ਕਿ ਇਹਦੇ ਉੱਤੇ ਆਂਚ ਆਉਣ ਦੇਵੇ। ਰਾਦਰ ਪਹਿਰਾ ਦੇਣਾ ਚਾਹੀਦਾ ਉੱਤੇ। ਮਗਰ ਸਿਰ ਫਿਰ ਇਸ ਚੀਜ਼ ਤੇ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਕਿ ਅਗਰ ਬੀਜੇਪੀ ਵੱਲੋਂ ਐਸੇ ਮਾਹੌਲ ਪੈਦਾ ਹੋ ਰਿਹਾ ਹੈ ਤਾਂ ਉਸ ਤੇ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾ ਰਿਹਾ? ਨਹੀਂ, ਭਾਰਤੀ ਜਨਤਾ ਪਾਰਟੀ ਨੇ ਕੀ ਐਕਸ਼ਨ ਲੈਣਾ? ਕਿਸਾਨ ਭਰਾਵਾਂ ਨੂੰ ਚਾਹੀਦਾ ਕਿ ਆਪਸੀ ਸੌਹਾਰਦ ਕਾਇਮ ਰਹਿਣਾ ਚਾਹੀਦਾ, ਉੱਤੇ ਆਂਚ ਨਹੀਂ ਆਉਂਦੀ ਚਾਹੀਦੀ, ਵਿਅਕਤੀਗਤ ਵਿਰੋਧ ਨਹੀਂ ਹੋਣਾ ਚਾਹੀਦਾ। ਨੀਤੀਆਂ ਦੇ ਵਿਰੋਧ ਕਰਨਾ ਡਟ ਕੇ ਕਰੋ। ਸਰ ਇਹ ਗੱਲ ਫਿਰ ਬੀਜੇਪੀ ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਬੀਜੇਪੀ ਨੂੰ ਵੀ ਕਹਿਣਾ ਪਿਆ। ਮੈਂ ਜਿਹੜੇ ਲੋਕ ਉੱਥੇ ਗਏ ਮੈਂ ਉਹਨਾਂ ਨੂੰ ਕੋਈ ਐਪਰੀਸ਼ੀਏਟ ਨਹੀਂ ਕਰ ਰਿਹਾ। ਤੇ ਜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਕੁਝ ਜਿਹੜੇ ਹੈਗੇ ਆ ਉਹ ਸਪੌਂਟੇਨੀਅਸ ਰਿਐਕਟ ਕਰਦੇ ਆ, ਸੋ ਸਪੌਂਟੇਨੀਅਸ ਰਿਐਕਸ਼ਨ ਸੀਗਾ, ਲੇਕਿਨ ਮੈਂ ਉਹਨੂੰ ਵੀ ਉਚਿਤ ਨਹੀਂ ਠਹਿਰਾਉਂਦਾ। ਜਨਤਾ ਸੈਟੀਸਫਾਈ ਨਹੀਂ ਹੈਗੀ ਕਿਸੇ ਵੀ ਸਰਕਾਰ ਤੋਂ, ਚਾਹੇ ਉਹ ਕਾਂਗਰਸ ਹੈ ਚਾਹੇ ਬੀਜੇਪੀ ਹੈ। ਜਨਤਾ ਨੂੰ ਇਹ ਸੈਟੀਸਫੈਕਸ਼ਨ ਕਦੋਂ ਮਿਲੂਗੀ? ਜਨਤਾ ਕਦੋਂ ਕਹਿ ਸਕੂਗੀ ਅਸੀਂ ਇਸ ਨੇਤਾ ਨੂੰ ਚੁਣਿਆ ਤੇ ਸਾਨੂੰ ਪ੍ਰਾਊਡ ਹੈ? ਡਿਵੈਲਪਮੈਂਟ ਦੀ ਗੱਲ ਕਰ ਰਹੇ ਕਿ ਸੈਟੀਸਫੈਕਸ਼ਨ ਡਿਵੈਲਪਮੈਂਟ ਦੀ ਹੁੰਦੀ ਸਰਕਾਰਾਂ ਦੀ, ਆਪਾਂ ਕਹੀਏ ਮਾਪਦੰਡ ਹੀ ਨਾ। ਸੋ ਡਿਵੈਲਪਮੈਂਟ ਇਜ਼ ਅ ਕੰਟੀਨਿਊਸ ਪ੍ਰੋਸੈਸ। ਇਹਦੇ ਵਿੱਚ ਤੁਹਾਡਾ ਜਿਹੜਾ ਨਾ ਜੀ ਕੰਪੀਟੀਸ਼ਨ ਹੋਣਾ ਚਾਹੀਦਾ। ਇੱਕ ਪਾਰਟੀ ਸਰਕਾਰ ਆਈ ਹੈ, ਉਹਨੇ ਕੰਮ ਅੱਛਾ ਕੀਤਾ, ਉਹਨੂੰ ਕਹੋ ਜੀ ਮੈਂ ਵੱਧ ਕਰੂੰਗਾ। ਤੋ ਇਹ ਸੈਟੀਸਫੈਕਸ਼ਨ ਹੀ ਕੰਪੀਟੀਸ਼ਨ ਜਿਹੜਾ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ, ਤੇ ਨਾ ਕਿ ਉਲਟਾ ਹੋਵੇ ਕਿ ਭਾਈ ਜੇ ਅਗਲਾ ਘਰ ਲੈ ਗਿਆ ਕੋਈ ਚੀਜ਼ਾਂ ਚਾਰ ਤੇ ਉਹ ਅਗਲਾ ਕਹੇ ਮੈਂ ਸਰਕਾਰ ਦੀਆਂ ਹੋਰ ਲੈ ਜਾਊਂਗਾ, ਉਹ ਗਲਤ ਹੋਣਾ ਚਾਹੀਦਾ। ਖਬਰ ਦਿਨ ਪਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਏਕਤਾ ਸਿੰਘਲਾ ਸਵਾਗਤ ਕਰਦੀ ਹਾਂ। ਅੱਜ ਦੀ ਖਾਸ ਮੁਲਾਕਾਤ 'ਚ ਸਾਡੇ ਨਾਲ ਬੀਜੇਪੀ ਦਾ ਇੱਕ ਬਹੁਤ ਹੀ ਵੱਡਾ ਚਿਹਰਾ ਮੌਜੂਦ ਹੈ। ਉਹਨਾਂ ਦਾ ਨਾਮ ਹੈ ਮਨੋਰੰਜਨ ਕਾਲੀਆ ਜੀ। ਸਾਬਕਾ ਕੈਬਨਿਟ ਮਿਨਿਸਟਰ ਵੀ ਰਹਿ ਚੁੱਕੇ ਨੇ। ਸਰ ਸਾਨੂੰ ਟਾਈਮ ਦੇਣ ਲਈ, ਸਾਡੇ ਆਫਿਸ ਆਉਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ। ਸ਼ੁਕਰੀਆ।
ਸਰ ਸਿਆਸਤ ਗਰਮ ਹੁੰਦੀ ਜਾ ਰਹੀ ਹੈ, ਇਲੈਕਸ਼ਨਸ ਨੇੜੇ ਨੇ। ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਈ 300 ਯੂਨਿਟਸ ਲੈ ਕੇ, ਫਿਰ ਅਕਾਲੀ ਦਲ ਆਇਆ 400 ਯੂਨਿਟਸ ਲੈ ਕੇ ਬਿਜਲੀ ਦੀਆਂ, ਤੇ ਹੁਣ ਬੀਜੇਪੀ ਤੇ ਕਾਂਗਰਸ ਤੋਂ ਅਸੀਂ 500 ਤੇ 600 ਯੂਨਿਟਸ ਦੀ ਉਮੀਦ ਕਰ ਸਕਦੇ ਹਾਂ। ਗੱਲ ਇਹ ਹੈ ਕਿ ਇਹ ਚੁਣਾਵੀ ਵਾਅਦੇ ਆ, ਕਿਉਂਕਿ ਇਸੇ ਤਰ੍ਹਾਂ ਦੇ ਚੁਣਾਵੀ ਵਾਅਦੇ ਕਾਂਗਰਸ ਨੇ ਕੀਤੀ ਸੀ 2017 ਦੇ ਵਿੱਚ, ਠੀਕ ਹੈ ਨਾ। ਹੁਣ ਪ੍ਰਸ਼ਨ ਇਹ ਹੈ ਕਿ ਵੀ ਤੁਸੀਂ ਰੈਵਨਿਊ ਕਿੱਥੋਂ ਜਨਰੇਟ ਕਰੋਗੇ? ਨਹੀਂ ਤਾਂ ਇਹਨਾਂ ਵਾਅਦਿਆਂ ਦਾ ਵੀ ਉਹੀ ਹਾਲ ਹੈ ਜੋ ਕਾਂਗਰਸ ਦੇ ਵਾਅਦੇ 2017 'ਚ ਹੋਏ ਸੀ, ਕਿ ਇੱਕ ਵੀ ਵਾਅਦਾ 100% ਪੂਰਾ ਨਹੀਂ ਹੋਇਆ ਕਾਂਗਰਸ ਦਾ, 100%। ਸੋ ਇਹਨਾਂ ਵਾਅਦਿਆਂ ਦਾ ਵੀ ਉਹੀ ਹਾਲ ਹੋਣਾ, ਔਰ ਇਹ ਪਬਲਿਕ ਹੈ, ਸਭ ਜਾਣती है कि भी ये वादे ਜਿਹੜੇ ਹੈਗੇ ਆ ਸਿਰਫ ਛਲਾਵਾ ਹੈ। ਕਿਉਂਕਿ ਆਪਣਾ ਕੇਜਰੀਵਾਲ ਉਹਨਾਂ ਨੇ ਦਿੱਲੀ ਦੇ ਵਿੱਚ 5000 ਬੱਸਾਂ ਦਾ ਵਾਅਦਾ ਕੀਤਾ ਸੀ ਪਾਉਣ ਦਾ, ਨਹੀਂ ਪਈਆਂ। ਸੋ ਇਸ ਲਈ ਜਿਹੜਾ ਹੈਗਾ ਹੁਣ ਲੋਕ ਸਿਆਣੇ ਹੋ ਗਏ ਆ ਕਿ ਵੀ ਇਹਨਾਂ ਵਾਅਦਿਆਂ 'ਚ ਛਲਾਵਿਆਂ ਦੇ ਵਿੱਚ ਨਹੀਂ ਆਉਣ ਵਾਲੇ। ਸਰ ਤੁਸੀਂ ਕੇਜਰੀਵਾਲ ਜੀ ਦੀ ਗੱਲ ਕੀਤੀ, ਬਟ ਉਹਨਾਂ ਨੇ ਦਿੱਲੀ 200 ਯੂਨਿਟਸ ਦੀ ਗੱਲ ਕੀਤੀ ਸੀ, ਉਹ ਪ੍ਰੋਵਾਈਡ ਕਰ ਰਹੇ ਨੇ, ਕੁਝ ਵਾਅਦੇ ਉਹਨਾਂ ਨੇ ਵੀ ਪੂਰੇ ਕੀਤੇ ਨੇ। ਕੁਛ ਕੀਤੇ ਨਾ, ਮੈਂ ਗੱਲ ਕਰ ਰਿਹਾ ਕਿ ਵੀ ਜਿਹੜੇ ਤੁਸੀਂ ਵਾਅਦੇ ਹੈਗੇ ਆ ਫਿਰ ਕੁਛ ਹੀ ਕੀਤੇ, ਉਹਦਾ ਹਰ ਇੱਕ ਬੰਦਾ ਹੀ ਕਰੇਗਾ। ਤੇ ਜੇ ਵਾਅਦੇ ਤੁਸੀਂ ਸਿਰਫ ਵੋਟਾਂ ਲੈ ਲਈ ਤਾਂ ਛਲਾਵਾ ਹੈ ਨਾ। ਫਿਰ ਤਾਂ ਜੇ 100% ਵਾਅਦੇ ਪੂਰੇ ਕਰਨੇ ਆ, ਸਵਾਲ ਤਾਂ ਇਸ ਗੱਲ ਦਾ ਫਿਰ ਪ੍ਰਸ਼ਨ ਚਿੰਨ੍ਹ ਲੱਗਦਾ ਕਿ ਵੀ ਇੰਨਾ ਰੈਵਨਿਊ ਕਿੱਥੋਂ ਜਨਰੇਟ ਹੋਣਾ। ਜਿਹੜੀ ਗੱਲ ਅੱਜ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ 'ਚ ਕਹੀ, ਜਾਂ ਅਕਾਲੀ ਦਲ ਨੇ ਦੇਖਮ ਦੇਖੀ ਜਿਹੜਾ ਹੈਗਾ ਕਿ ਵੀ ਇਹ ਕਰਾਂਗੇ, ਇਹ ਵਾਅਦੇ ਪੂਰੇ ਹੋਣ ਵਾਲੇ ਨਹੀਂ ਹੈ। ਚਲੋ ਸਰ, ਇਹਨਾਂ ਨੇ ਸ਼ੁਰੂਆਤ ਕੀਤੀ, ਬੀਜੇਪੀ ਨੇ ਤਾਂ ਹਜੇ ਤੱਕ ਸ਼ੁਰੂਆਤ ਹੀ ਨਹੀਂ ਕੀਤੀ। ਇਲੈਕਸ਼ਨਸ ਆਉਣ ਵਾਲੇ ਨੇ, ਹਜੇ ਤੱਕ ਕੋਈ ਵੀ ਐਸੀ ਅਨਾਉਂਸਮੈਂਟ ਬੀਜੇਪੀ ਵੱਲੋਂ ਨਹੀਂ ਹੋਈ ਜਿੱਤੋਂ ਜਨਤਾ ਨੂੰ ਜਾਣਨ ਦਾ ਮੌਕਾ ਮਿਲੇ ਕਿ ਬੀਜੇਪੀ ਪੰਜਾਬ 'ਚ ਆ ਕੇ ਕੀ ਕਰੇਗੀ। ਦੇਖੋ ਐਸਾ ਕਿ ਮੈਨੀਫੈਸਟੋ ਭਾਰਤੀ ਜਨਤਾ ਪਾਰਟੀ ਵੀ ਲੈ ਕੇ ਆਏਗੀ, ਲੇਕਿਨ ਉਹ ਮੈਨੀਫੈਸਟੋ ਹੋਏਗਾ ਜਿਹੜਾ ਪੂਰਾ ਹੋਣ ਵਾਲਾ ਹੋਏਗਾ। ਉਹ ਇਸ ਤਰ੍ਹਾਂ ਦੇ ਵਾਅਦੇ ਨਹੀਂ ਹੋਣਗੇ ਕਿ ਲੋਕੀ ਕਹਿਣ ਕਿ ਬਈ ਇਹ ਸਮੁੰਦਰ 'ਚੋਂ ਜਲ ਦੀ ਲਾਲਟੈਨ ਜਿਹੜੀ ਹੈਗੀ ਹੈ ਕੱਢ ਰਹੇ। ਮਗਰ ਸਰ ਵਾਅਦੇ ਤਾਂ ਮੋਦੀ ਸਰਕਾਰ ਨੇ ਵੀ ਬਹੁਤ ਕੀਤੇ ਸੀ, ਪੂਰੇ ਤਾਂ ਉਹ ਵੀ ਨਹੀਂ ਹੋਏ। ਦੇਖੋ ਐਸਾ ਹੈ ਕਿ ਜਿੰਨੇ ਵਾਅਦੇ ਪੂਰੇ ਹੋਏ, ਠੀਕ ਹੈ ਨਾ, ਹੁਣ 14 ਦੇ ਵਾਅਦੇ ਸੀਗੇ, ਠੀਕ ਹੈ, 2019 'ਚ ਰਿਪੀਟ ਹੋ ਗਈ। ਸੋ ਦਾ ਲੋਕ ਸੈਟੀਸਫਾਈਡ ਸੀ ਉਹਨਾਂ ਦੀ ਪਰਫਾਰਮੈਂਸ ਉੱਤੇ। ਹੁਣ ਅਗਾਂਹ ਵੀ ਜੇ ਵਾਅਦੇ ਜਿਹੜੇ ਕੀਤੇ ਹੈਗੇ ਆ, ਜੇ ਤੁਸੀਂ ਕਹੀਏ ਹੁਣ 19 ਦੇ ਵਿੱਚ 24 'ਚ ਰਿਪੀਟ ਹੋਣੀ ਹੈ ਸਰਕਾਰ, ਤਾਂ ਲੋਕੀ ਸੈਟੀਸਫਾਈਡ ਹੈ। ਸਰ ਪਿਛਲੀ ਵਾਰ ਜਦੋਂ ਕਾਂਗਰਸ ਸਰਕਾਰ ਆਈ ਸੀ ਪੰਜਾਬ ਦੇ ਵਿੱਚ, ਉਹਨਾਂ ਕੋਲ ਦੋ ਬਹੁਤ ਅਹਿਮ ਮੁੱਦੇ ਸੀ, ਇੱਕ ਨੌਕਰੀਆਂ ਦਾ ਅਤੇ ਇੱਕ ਦੂਜਾ ਨਸ਼ੇ ਦਾ। ਇਸ ਵਾਰ ਕੋਈ ਵੀ ਸਰਕਾਰ ਨਾ ਤਾਂ ਨੌਕਰੀਆਂ ਬਾਰੇ ਗੱਲ ਕਰ ਰਹੀ ਹੈ, ਨਾ ਨਸ਼ਿਆਂ ਬਾਰੇ ਗੱਲ ਕਰ ਰਹੀ ਹੈ। ਕੀ ਬੀਜੇਪੀ ਇਹਨਾਂ ਚੀਜ਼ਾਂ 'ਤੇ ਫੋਕਸ ਕਰੇਗੀ? ਗੱਲ ਇਹ ਹੈ ਇਸ ਲਈ ਨਹੀਂ ਕਰ ਰਹੇ ਕਿਉਂਕਿ ਉਂਗਲਾਂ ਉਹਨਾਂ 'ਤੇ ਉੱਠੀਆਂ। ਜਦੋਂ ਭਾਰਤੀ ਜਨਤਾ ਪਾਰਟੀ ਕਹੀ ਗਈ ਕਿ ਨਸ਼ੇ ਅਸੀਂ ਖਤਮ ਕਰਨੇ ਆ, ਲੋਕੀ ਵਿਸ਼ਵਾਸ ਕਰਦੇ ਆ। ਸੋ ਭਾਰਤੀ ਜਨਤਾ ਪਾਰਟੀ ਜਿਹੜੇ ਹੈਗਾ ਡਰੱਗਸ ਦਾ ਜਿਹੜਾ ਮੈਨੇਸ ਹੈਗਾ ਪੰਜਾਬ 'ਚੋਂ ਖਤਮ ਕਰੇਗੀ। ਮਗਰ ਸਰ ਬੀਜੇਪੀ ਚੁੱਪ ਕਿਉਂ ਹੈ ਪੰਜਾਬ ਦੇ ਵਿੱਚ? ਕਦੇ ਐਕਟਿਵ ਜ਼ਿਆਦਾ ਨਜ਼ਰ ਨਹੀਂ ਆ ਰਹੀ। ਕਾਫੀ ਮੁੱਦੇ ਹੁੰਦੇ ਨੇ ਪੰਜਾਬ ਦੇ ਵਿੱਚ ਜਿੱਥੇ ਹੋਰ ਪਾਰਟੀਆਂ ਵਿਰੋਧ ਕਰਨ ਜਾਂਦੀਆਂ ਨੇ, ਬਟ ਬੀਜੇਪੀ ਕਦੇ ਵਿਰੋਧ ਨਹੀਂ ਕਰਨ ਜਾਂਦੀ। ਬੀਜੇਪੀ ਸਿਰਫ ਉਦੋਂ ਵਿਰੋਧ ਪ੍ਰਦਰਸ਼ਨ ਕਰਦੀ ਹੈ ਜਦੋਂ ਇਹਨਾਂ ਦੇ ਕਾਰਿਆਕਰਤਾ ਨਾਲ ਕੁਝ ਗਲਤ ਹੁੰਦਾ ਹੈ। ਅਗਰ ਕਿਸੇ ਹੋਰ ਨਾਲ ਗਲਤ ਹੋ ਰਿਹਾ ਤਾਂ ਬੀਜੇਪੀ ਕਦੇ ਵੀ ਵਿਰੋਧ ਪ੍ਰਦਰਸ਼ਨ ਕਰਦੀ ਦਿਖਾਈ ਨਹੀਂ ਦਿੰਦੀ। ਨਹੀਂ, ਐਸਾ ਨਹੀਂ ਹੈ। ਬੀਜੇਪੀ ਵਿਰੋਧ ਪ੍ਰਦਰਸ਼ਨ ਕਰਦੀ ਹੈ। ਭਾਰਤੀ ਜਨਤਾ ਪਾਰਟੀ ਜਿੱਥੇ ਜਨਤਾ ਦੀ ਮੰਗ ਉਠਾਣੀ ਹੈ ਉਹ ਉਠਾਈ ਜਾਂਦੀ ਹੈਗੀ ਹੈ। ਸੋ ਇਸ ਇਲੈਕਸ਼ਨ ਦੇ ਵਿੱਚ ਬੀਜੇਪੀ ਇਜ਼ ਗੋਇੰਗ ਟੂ ਬੀ ਦਾ ਡਾਰਕ ਹਾਰਸ। ਸਰ ਡਾਰਕ ਹਾਰਸ ਦੀ ਤਾਂ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ, ਬਟ ਹਾਲਾਤ ਜੋ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ, ਕਿਤੇ ਵੀ ਬੀਜੇਪੀ ਨੂੰ ਮੀਟਿੰਗ ਤੱਕ ਨਹੀਂ ਕਰਨ ਦਿੱਤੀ ਜਾ ਰਹੀ ਕਿਸਾਨਾਂ ਵੱਲੋਂ, ਤਾਂ ਕਿ ਉਹ ਇਲੈਕਸ਼ਨਸ ਦੇ ਸਮੇਂ 'ਤੇ ਆ ਕੇ ਆਪਣਾ ਪ੍ਰਚਾਰ ਕਰ ਪਾਏਗੀ? ਦੇਖੋ ਇਸ ਤਰ੍ਹਾਂ ਹੈ, ਜਿੱਦ ਤੱਕ ਵਿਰੋਧ ਦਾ ਤਾਲੁਕ ਹੈ, ਕਿਉਂਕਿ ਭਾਰਤ ਦੇ ਵਿੱਚ ਜਮਹੂਰੀਅਤ ਹੈ, ਤੁਸੀਂ ਨੀਤੀਆਂ ਦਾ ਵਿਰੋਧ ਕਰਨਾ, ਵਿਅਕਤੀਗਤ ਵਿਰੋਧ ਨਹੀਂ ਹੋਣਾ ਚਾਹੀਦਾ। ਵਿਅਕਤੀਗਤ ਵਿਰੋਧ ਦੀ ਕੋਈ ਸਥਾਨ ਨਹੀਂ ਹੈਗਾ, ਠੀਕ ਹੈ ਨਾ। ਹੁਣ ਤੁਸੀਂ ਜਮਹੂਰੀਅਤ ਦੇ ਵਿੱਚ ਵਿਰੋਧੀ ਪਾਰਟੀ ਵੀ ਹੁੰਦੀ ਹੈ, ਤੁਸੀਂ ਜਿਹੜੀ ਸੱਤਾਸੀਨ ਪਾਰਟੀ ਹੈ ਉਹਦਾ ਨੀਤੀਆਂ ਨਾਲ ਵਿਰੋਧ ਹੁੰਦਾ ਕਿ ਵੀ ਮੈਨੂੰ ਇਹ ਨੀਤੀ ਨਹੀਂ ਪਸੰਦ, ਔਰ ਉਸ ਵਿਰੋਧ ਕਰਨ ਦੇ ਅਧਿਕਾਰ ਨੂੰ ਮੈਂ ਸਪੋਰਟ ਕਰਦਾ। ਹੁਣ ਕਿਸਾਨ ਭਰਾ ਨੂੰ ਫਾਰਮ ਲਾਜ਼ ਨਹੀਂ ਪਸੰਦ, ਮੈਂ ਜਿਹੜਾ ਵਿਰੋਧ ਕਰ ਰਿਹਾ ਮੈਂ ਉਹਦਾ ਹਾਮੀ ਹਾਂ। ਤੁਸੀਂ ਆਪਣਾ ਨੀਤੀ ਦਾ ਵਿਰੋਧ ਕਰੋ, ਔਰ ਉਹਦੇ ਵਿੱਚ ਤੁਸੀਂ ਦੇਖੋ ਮਹਾਤਮਾ ਗਾਂਧੀ ਨੇ ਇੱਕ ਰਾਹ ਦਿਖਾਈ ਰਾਸ਼ਟਰਪਿਤਾ ਨੇ ਕਿ ਵੀ ਤੁਸੀਂ ਜਿਹੜਾ ਹੈਗਾ ਪੀਸਫੁਲ ਪ੍ਰੋਟੈਸਟ ਕਰ ਸਕਦੇ ਹੋ, ਸੱਤਿਆਗ੍ਰਹਿ ਕਰ ਸਕਦੇ ਹੋ, ਠੀਕ ਹੈ ਨਾ। ਸੋ ਉਹਦੇ 'ਚ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਆਜ਼ਾਦੀ ਲੈਣ ਦੇ ਵਿੱਚ, ਖਾਸ ਕਰਕੇ ਸੋਸ਼ਲ ਇੰਜੀਨੀਅਰਿੰਗ ਦੇ ਵਿੱਚ। ਸੋ ਉਸ ਨਾਤੇ ਜਿਹੜਾ ਹੈਗਾ ਕਿਸਾਨ ਭਰਾ ਵਿਰੋਧ ਕਰਨ, ਕੇਂਦਰ ਸਰਕਾਰ ਦਾ ਕਰਨ। ਜਿੱਦ ਤੱਕ ਸਵਾਲ ਹੈ ਕਿ ਜਿੱਦਾਂ ਉਹ ਕਾਰਜਕ੍ਰਮ ਕਰਦੇ ਆ ਅਤੇ ਅਸੀਂ ਉਹਨਾਂ ਦਾ ਵਿਰੋਧ ਥੋੜ੍ਹੀ ਕਰਦੇ ਹਾਂ।
ਭਾਵੇਂ ਉਹ ਸਾਡਾ ਨੀਤੀਆਂ ਦਾ ਵਿਰੋਧ ਕਰਦੇ ਆ। ਸੋ ਉਸ ਨਾਤੇ ਜਿਹੜਾ ਵਿਅਕਤੀਗਤ ਵਿਰੋਧ ਹੈ, ਜੇ ਪਾਰਟੀ ਭਾਰਤੀ ਜਨਤਾ ਪਾਰਟੀ ਕੋ ਕਾਰਜਕ੍ਰਮ ਕਰ ਰਹੀ ਹੈ, ਠੀਕ ਹੈ ਨਾ, ਉਹ ਜਾ ਕੇ ਵਿਅਕਤੀਗਤ ਤੌਰ ਦੇ ਉੱਤੇ ਜਾ ਕੇ ਡਿਸਟਰਬ ਕਰਨਾ ਉਹ ਠੀਕ ਨਹੀਂ ਹੈ। ਸਰ ਤੁਹਾਡੀ ਗੱਲ ਬਿਲਕੁਲ ਠੀਕ ਹੈ, ਮਗਰ ਜੋ ਰਿਐਕਸ਼ਨਸ ਬੀਜੇਪੀ ਵੱਲੋਂ ਆਉਂਦੇ ਨੇ ਜਦੋਂ ਕਿਸਾਨ ਉਹਨਾਂ ਦਾ ਜਾ ਕੇ ਵਿਰੋਧ ਕਰਦੇ ਨੇ, ਕੀ ਉਹ ਸਹੀ ਨੇ? ਉਹ ਆਪੱਤੀਜਨਕ ਲੈਂਗੁਏਜ ਯੂਜ਼ ਕਰਦੇ ਨੇ। ਰੀਸੈਂਟਲੀ ਲੁਧਿਆਣੇ ਦੇ ਵਿੱਚ ਹੋਇਆ ਤੇ ਉੱਥੇ ਲਾਠੀਆਂ ਤੱਕ ਬੀਜੇਪੀ ਵੱਲੋਂ ਆਈਆਂ ਗਈਆਂ। ਕੀ ਤੁਸੀਂ ਉਹਨੂੰ ਸਹੀ ਮੰਨਦੇ ਹੋ? ਮੈਂ ਉਸ ਗੱਲ ਨੂੰ ਨਹੀਂ ਸਲਾਹੁੰਦਾ ਜਿਹੜਾ ਕਿ ਵੀ ਅਸੀਂ ਵਿਅਕਤੀਗਤ ਵਿਰੋਧ ਕਰਨਾ ਕਿਸੇ ਪੱਖੋਂ ਵੀ ਹੋਵੇ, ਕੋਈ ਵੀ ਕਰੇ, ਉਹ ਠੀਕ ਨਹੀਂ ਹੈ, ਜਮਹੂਰੀਅਤ ਲਈ ਵੀ ਠੀਕ ਨਹੀਂ। ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਵਿਰੋਧ ਕਰਨਾ ਕੋਈ ਚੀਜ਼ ਦਾ ਕਰੋ, ਨੀਤੀਆਂ ਦਾ ਵਿਰੋਧ ਕਰੋ, ਲੇਕਿਨ ਪੰਜਾਬ ਦਾ ਸੁਹਾਰਥ, ਪੰਜਾਬ ਦਾ ਆਪਸੀ ਭਾਈਚਾਰਾ, ਅਮਨ ਸ਼ਾਂਤੀ ਇਹ ਕਾਇਮ ਰਹਿਣੀ ਚਾਹੀਦੀ। ਔਰ ਕਿਸੇ ਨੂੰ ਵੀ ਹੱਕ ਨਹੀਂ ਹੈ, ਕਿਸੇ ਪਾਰਟੀ ਨੂੰ, ਕਿਸੇ ਵਿਅਕਤੀ ਨੂੰ, ਕਿ ਇਹਦੇ ਉੱਤੇ ਆਂਚ ਆਉਣ ਦੇਵੇ, ਰਾਦਰ ਪਹਿਰਾ ਦੇਣਾ ਚਾਹੀਦਾ ਉੱਤੇ। ਮਗਰ ਸਿਰ ਫਿਰ ਇਸ ਚੀਜ਼ ਤੇ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾਂਦਾ ਕਿ ਅਗਰ ਬੀਜੇਪੀ ਵੱਲੋਂ ਐਸੇ ਮਾਹੌਲ ਪੈਦਾ ਹੋ ਰਿਹਾ ਹੈ ਤਾਂ ਉਸ ਤੇ ਕੋਈ ਐਕਸ਼ਨ ਕਿਉਂ ਨਹੀਂ ਲਿੱਤਾ ਜਾ ਰਿਹਾ? ਨਹੀਂ, ਭਾਰਤੀ ਜਨਤਾ ਪਾਰਟੀ ਨੇ ਕੀ ਐਕਸ਼ਨ ਲੈਣਾ? ਇਹ ਤੇ ਗੱਲ ਇਹ ਹੈਗਾ ਕਿ ਆਪਾਂ ਭਾਰਤੀ ਜਨਤਾ ਪਾਰਟੀ ਨੇ ਆਤੰਕਵਾਦ ਦੇ ਵਿੱਚ ਵੀ ਤੁਸੀਂ ਦੇਖੋ ਕਿ ਵੀ ਉਦੋਂ ਵੀ ਜਿਹੜਾ ਹੈਗਾ ਸਾਡੇ ਨੇਤਾ ਸ਼ਹੀਦ ਹੋਏ, ਲੇਕਿਨ ਅਸੀਂ ਆਪਸੀ ਭਾਈਚਾਰੇ ਦੇ ਉੱਤੇ ਆਂਚ ਨਹੀਂ ਆਉਣ ਦਿੱਤੀ ਅਸੀਂ। ਸੋ ਉਸ ਪਾਰਟੀ ਤਾਂ ਉਸ ਰੀਤੀ ਨੀਤੀ ਨਾਲ ਚੱਲਦੀ ਹੈ। ਸੋ ਉਸ ਨਾਤੇ ਮੈਂ ਇਹੀ ਗੱਲ ਕਹਿ ਰਿਹਾ ਕਿ ਵੀ ਕਿਸਾਨ ਭਰਾਵਾਂ ਨੂੰ ਚਾਹੀਦਾ ਕਿ ਆਪਸੀ ਸੌਹਾਰਦ ਕਾਇਮ ਰਹਿਣਾ ਚਾਹੀਦਾ, ਉੱਤੇ ਆਂਚ ਨਹੀਂ ਆਉਣੀ ਚਾਹੀਦੀ, ਵਿਅਕਤੀਗਤ ਵਿਰੋਧ ਨਹੀਂ ਹੋਣਾ ਚਾਹੀਦਾ, ਨੀਤੀਆਂ ਦੇ ਵਿਰੋਧ ਕਰਨਾ ਡਟ ਕੇ ਕਰੋ। ਸਰ ਇਹ ਗੱਲ ਫਿਰ ਬੀਜੇਪੀ ਤੇ ਵੀ ਲਾਗੂ ਹੋਣੀ ਚਾਹੀਦੀ ਹੈ। ਬੀਜੇਪੀ ਨੂੰ ਵੀ ਕਹਿਣਾ ਪਿਆ, ਮੈਂ ਜਿਹੜੇ ਲੋਕ ਉੱਥੇ ਗਏ ਮੈਂ ਉਹਨਾਂ ਨੂੰ ਕੋਈ ਐਪਰੀਸ਼ੀਏਟ ਨਹੀਂ ਕਰ ਰਿਹਾ। ਉਹ ਠੀਕ ਹੈ ਕਿ ਵੀ ਇੱਕ ਰਿਐਕਸ਼ਨ ਸੀਗਾ, ਰਿਐਕਸ਼ਨ ਦਾ ਫਿਰ ਰੀ ਰਿਐਕਸ਼ਨ ਕੀਤਾ, ਉਹ ਗਲਤ ਗੱਲ ਹੈਗੀ ਹੈ ਕਿ ਪਹਿਲਾਂ ਤਾਂ ਉਹਨਾਂ ਦਾ ਜਾਣਾ ਗਲਤ ਹੈ। ਤੇ ਜੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਕੁਝ ਜਿਹੜੇ ਹੈਗੇ ਆ ਉਹ ਸਪੌਂਟੇਨੀਅਸ ਰਿਐਕਟ ਕਰਦੇ ਆ, ਸੋ ਸਪੌਂਟੇਨੀਅਸ ਰਿਐਕਸ਼ਨ ਸੀਗਾ, ਲੇਕਿਨ ਮੈਂ ਉਹਨੂੰ ਵੀ ਉਚਿਤ ਨਹੀਂ ਠਹਿਰਾਉਂਦਾ। ਮੈਂ ਉਹਨਾਂ ਨੂੰ ਵੀ ਕਹਿਣਾ ਕਿ ਭਾਈ ਤੁਹਾਨੂੰ ਉਹਨਾਂ ਨੂੰ ਵੀ ਚਾਹੀਦਾ ਕਿ ਉੱਥੇ ਨਾ ਆਉਣ ਔਰ ਨੀਤੀਆਂ ਦਾ ਵਿਰੋਧ ਨਾ ਕਰਨ। ਇਹ ਵੀ ਨਹੀਂ ਜਿਹੜਾ ਹੈਗਾ, ਇਹ ਵੀ ਉੱਥੇ ਬਿਲਕੁਲ ਨਾ ਜਾਣ। ਕਿਸਾਨਾਂ ਦੇ ਕੋਈ ਮੀਟਿੰਗ ਹੁੰਦੀ ਹੈ, ਕੋਈ ਵਿਰੋਧ ਕਰਨਾ ਬਿਲਕੁਲ ਨਾ ਕਰਨਾ। ਸਰ ਤੇ ਅਗਰ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਇਨਫਰਾਸਟ੍ਰਕਚਰ ਹਜੇ ਵੀ ਵੈਲ ਪ੍ਰੋਵਾਈਡਡ ਨਹੀਂ ਹੈ। ਬਾਰਿਸ਼ ਹੁੰਦੀ ਹੈ, ਸੜਕਾਂ ਦੇ ਬੁਰੇ ਹਾਲ ਹੁੰਦੇ ਨੇ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂ ਅੱਜ ਤੱਕ ਕੋਈ ਸਰਕਾਰ ਕੁਝ ਨਹੀਂ ਕਰ ਪਾਈ ਕਿ ਇੰਡੀਆ ਨੂੰ ਇੱਕ ਅੱਛਾ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਸਕੇ? ਬਿਲਕੁਲ ਵਜ੍ਹਾ ਫਰਮਾਇਆ। ਤੁਸੀਂ ਦੇਖੋ ਕਿ ਵੀ 70 ਸਾਲ ਤੋਂ ਵੱਧ ਆਜ਼ਾਦੀ ਨੂੰ ਹੋ ਗਿਆ। ਸਾਡੇ ਨਾਲ ਕਈ ਦੇਸ਼ ਨਾਲ ਆਜ਼ਾਦ ਹੋਏ, ਕਈ ਸਾਡੇ ਬਾਅਦ 'ਚੋਂ ਆਜ਼ਾਦ ਹੋਏ, ਲੇਕਿਨ ਉਹਨਾਂ ਨੇ ਜਿਹੜੀਆਂ ਬੇਸਿਕ ਅਮੈਨਿਟੀਜ਼ ਦੀ ਪ੍ਰੋਬਲਮ ਸੀਗੀ ਨਾ, ਉਹਨਾਂ ਨੇ 10-15 ਸਾਲਾਂ 'ਚ ਹੱਲ ਕਰ ਲਈਆਂ। ਕਿਉਂਕਿ ਇੱਥੇ ਜ਼ਿਆਦਾਤਰ ਕਾਂਗਰਸ ਦਾ ਇੱਕ ਛਤਰ ਸ਼ਾਸਨ ਰਿਹਾ, ਠੀਕ ਹੈ ਨਾ, ਲਗਭਗ 45-50 ਸਾਲ। ਸੋ ਉਸ ਨਾਤੇ ਜਿਹੜਾ ਹੈਗਾ ਇਹ ਉਹਨਾਂ ਨੇ ਸਮੇਂ ਸਿਰ ਜੇ 10-15 ਸਾਲ ਪਹਿਲਾਂ ਹੱਲ ਕੀਤਾ ਹੁੰਦਾ, ਜੇ ਉਹਨਾਂ ਨੇ ਆਪਣੇ ਸਮੇਂ ਦੇ ਕਾਲ ਦੇ ਜੋ ਆਜ਼ਾਦੀ ਆਈ ਹੈ, ਤੇ ਸਮੱਸਿਆ ਨਹੀਂ ਆਣੀ ਚਾਹੀਦੀ। ਸੋ ਉਹਦੇ 'ਚ ਜ਼ਿਆਦਾ ਜਿਹੜੀ ਹੈਗੀ ਜ਼ਿੰਮੇਵਾਰ ਉਹ ਕਾਂਗਰਸ ਹੈਗੀ ਹੈ। ਹੁਣ ਤੁਸੀਂ ਦੇਖੋ ਕਿ ਜਦੋਂ ਵਾਜਪੇਈ ਸਰਕਾਰ ਆਈ, ਉਦੋਂ ਤੁਸੀਂ ਗੋਲਡਨ ਕੁਆਡਰੀਲੇਟਰਲ ਜਿਹੜੀ ਹੈਗੀ ਸੜਕਾਂ ਦਾ ਜਾਲ ਵਿਛਾਇਆ, ਇਹ ਵਾਜਪੇਈ ਨੇ ਵਿਛਾਇਆ। ਉਸ ਨੀਤੀਆਂ ਨੂੰ ਅੱਗੇ ਲਿਜਾਣ ਦਾ ਜਿਹੜਾ ਬੀੜਾ ਉਠਾਇਆ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ। ਸੋ ਉਸ ਨਾਤੇ ਜਿਹੜਾ ਹੈਗਾ ਹੁਣ ਉਹ ਜਿਹੜੀਆਂ ਬੇਸਿਕ ਕਮਿਊਨਿਟੀ ਨਾਲ ਉਲਝਿਆ ਹੋਇਆ ਦੇਸ਼ ਹੈਗਾ ਸਾਡਾ, ਤਾਂ ਉਹਦੇ ਲਈ ਪੂਰਾ ਕਰਨ ਦੇ ਲਈ ਜਿਹੜਾ ਹੈਗਾ ਜਦ ਸਭ ਤੋਂ ਵੱਧ ਧਿਆਨ ਦਿੱਤਾ ਤਾਂ ਉਹ ਪਹਿਲ ਕੀਤੀ ਹੈਗੀ ਜਦੋਂ ਪੂਰਵ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੇ, ਔਰ ਉਹਨਾਂ ਨੂੰ ਨੀਤੀਆਂ ਨੂੰ ਅੱਗੇ ਵਧਾਇਆ ਸ਼੍ਰੀ ਨਰਿੰਦਰ ਮੋਦੀ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬੇਸਿਕ ਕਮਿਊਨਿਟੀਜ਼ ਜਿਹੜੀਆਂ ਹੈਗੀਆਂ ਐਨਡੀਏ ਸਰਕਾਰ ਜਿਹੜੀ ਹੱਲ ਕਰੇਗੀ। ਸਰ ਇੱਕ ਆਖਰੀ ਸਵਾਲ, ਜਨਤਾ ਦਾ ਇੱਕ ਬਹੁਤ ਅਹਿਮ ਸਵਾਲ ਹੈ। ਸਰਕਾਰਾਂ ਆਉਂਦੀਆਂ ਨੇ, ਜਾਂਦੀਆਂ ਨੇ, ਵਾਅਦੇ ਕਰਦੀਆਂ ਨੇ, ਪੂਰੇ ਹੁੰਦੇ ਨੇ, ਨਹੀਂ ਹੁੰਦੇ। ਐਟ ਦਾ ਐਂਡ ਰਿਜ਼ਲਟ ਇਹੀ ਹੁੰਦਾ ਕਿ ਜਨਤਾ ਖੁਸ਼ ਨਹੀਂ ਹੈਗੀ, ਜਨਤਾ ਸੈਟੀਸਫਾਈ ਨਹੀਂ ਹੈਗੀ ਕਿਸੇ ਵੀ ਸਰਕਾਰ ਤੋਂ, ਚਾਹੇ ਉਹ ਕਾਂਗਰਸ ਹੈ ਚਾਹੇ ਬੀਜੇਪੀ ਹੈ। ਜਨਤਾ ਨੂੰ ਇਹ ਸੈਟੀਸਫੈਕਸ਼ਨ ਕਦੋਂ ਮਿਲੂਗੀ? ਜਨਤਾ ਕਦੋਂ ਕਹਿ ਸਕੂਗੀ ਅਸੀਂ ਇਸ ਨੇਤਾ ਨੂੰ ਚੁਣਿਆ ਤੇ ਸਾਨੂੰ ਪ੍ਰਾਊਡ ਹੈ? ਦੇਖੋ ਐਸਾ ਹੁੰਦਾ ਹੈ, ਜਿਹੜੀ ਸੈਟੀਸਫੈਕਸ਼ਨ ਹੈ ਨਾ, ਉਹ ਅਸੀਂ ਕਹੀਏ ਕਿ ਵੀ ਇੰਡੀਵਿਜੂਅਲ ਤੌਰ ਦੇ ਉੱਤੇ ਵੀ ਜਿਹੜਾ ਹੈ ਕਿ ਵੀ ਜਦੋਂ ਸੈਟੀਸਫਾਈ ਹੁੰਦਾ ਨਾ, ਫਿਰ ਉਹ ਬੰਦਾ ਖੜਾ ਹੋ ਜਾਂਦਾ ਬੰਦੇ 'ਚ। ਸੈਟੀਸਫੈਕਸ਼ਨ ਇਜ਼ ਇਕੁਅਲ ਟੂ ਡੈਥ, ਠੀਕ ਹੈ ਨਾ। ਬਹੁਤ ਲੰਬੀ ਗੱਲ ਕਰ ਰਿਹਾ ਮੈਂ। ਔਰ ਜਿਹੜਾ ਹੈਗਾ ਕਿ ਵੀ ਸੈਟੀਸਫੈਕਸ਼ਨ ਜਿਹੜੀ ਹੈਗੀ ਹੈ, ਕਿਉਂਕਿ ਡਿਵੈਲਪਮੈਂਟ ਜਿੱਦ ਤੱਕ ਤਾਲੁਕ ਹੈ, ਡਿਵੈਲਪਮੈਂਟ ਦੀ ਗੱਲ ਕਰ ਰਹੇ ਕਿ ਸੈਟੀਸਫੈਕਸ਼ਨ ਡਿਵੈਲਪਮੈਂਟ ਤੋਂ ਹੀ ਹੁੰਦੀ ਸਰਕਾਰਾਂ ਦੀ, ਆਪਾਂ ਕਹੀਏ ਮਾਪਦੰਡ ਹੀ ਨਾ। ਸੋ ਡਿਵੈਲਪਮੈਂਟ ਇਜ਼ ਅ ਕੰਟੀਨਿਊਸ ਪ੍ਰੋਸੈਸ। ਇਹਦੇ ਵਿੱਚ ਤੁਹਾਡਾ ਜਿਹੜਾ ਨਾ ਜੀ ਕੰਪੀਟੀਸ਼ਨ ਹੋਣਾ ਚਾਹੀਦਾ, ਜਿਹਨੂੰ ਸਪਰਧਾ ਕਹਿੰਦੇ ਆ, ਪੋਜ਼ਿਟਿਵ ਜੈਲਸੀ ਨਹੀਂ। ਜੇ ਇੱਕ ਪਾਰਟੀ ਸਰਕਾਰ ਆਈ ਹੈ, ਉਹਨੇ ਕੰਮ ਅੱਛਾ ਕੀਤਾ, ਉਹਨੂੰ ਕਹੋ ਜੀ ਮੈਂ ਵੱਧ ਕਰੂੰਗਾ, ਠੀਕ ਹੈ ਨਾ, ਇਹ ਚੱਲੀ ਜਾਵੇ। ਫਿਰ ਅਗਲਾ ਜਨਤਾ ਦੇਖੇਗੀ ਯਾਰ ਇਹ ਕਹੂਗਾ ਮੈਂ ਉਹਨਾਂ ਵੱਧ ਕਰੂੰਗਾ, ਉਹਨਾਂ ਵੱਧ ਹੋਏਗਾ, ਤਾਂ ਭਲਾ ਜਨਤਾ ਦਾ ਹੋਏਗਾ। ਸੋ ਇਹ ਸੈਟਿਸਫੈਕਸ਼ਨ ਹੀ ਕੰਪੀਟੀਸ਼ਨ ਜਿਹੜਾ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ, ਅਤੇ ਨਾ ਕਿ ਉਲਟਾ ਹੋਵੇ ਕਿ ਭਾਈ ਜੇ ਅਗਲਾ ਘਰ ਲੈ ਗਿਆ ਕੋਈ ਚੀਜ਼ਾਂ ਚਾਰ, ਅਤੇ ਉਹ ਅਗਲਾ ਕਹੇ ਮੈਂ ਸਰਕਾਰ ਦੀਆਂ ਹੋਰ ਲੈ ਜਾਊਂਗਾ, ਉਹ ਗਲਤ ਹੋਣਾ ਚਾਹੀਦਾ।
ਸਰ ਤੁਸੀਂ ਕੰਪੀਟੀਸ਼ਨ ਦੀ ਗੱਲ ਕੀਤੀ ਤਾਂ ਉਰੇ ਕੰਪੀਟੀਸ਼ਨ ਤੋਂ ਤਾਂ ਇੱਕ ਗੱਲ ਨਜ਼ਰ ਆਉਂਦੀ ਹੈ ਕਿ ਅਗਰ ਇੱਕ ਵਿਰੋਧ ਵੀ ਕਰਨਾ ਹੈ, ਅਗਰ ਕਿਸਾਨੀ ਬਿੱਲਾਂ ਦਾ ਵਿਰੋਧ ਵੀ ਹੋ ਰਿਹਾ ਹੈ ਤਾਂ ਜੋ ਐਮਐਲਏ ਨੇ ਐਮਪੀ ਨੇ ਉਹ ਆਪਸ ਦੇ ਵਿੱਚ ਭਿੜਦੇ ਨਜ਼ਰ ਆ ਰਹੇ ਨੇ। ਦੋ ਪਾਰਟੀਆਂ ਉਹ ਵੀ ਇਕੱਠੀਆਂ ਨਹੀਂ ਹੋ ਪਾ ਰਹੀਆਂ। ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਬਿਕੋਜ਼ ਅਗਰ ਬੀਜੇਪੀ ਦਾ ਵਿਰੋਧ ਕਰਨਾ ਹੈ ਤਾਂ ਵੀ ਪਾਰਟੀਆਂ ਇਕੱਠੀਆਂ ਨਹੀਂ ਹੋ ਪਾ ਰਹੀਆਂ। ਨਹੀਂ, ਕਿਹੜੀ ਗੱਲ ਕਰ ਰਹੇ ਹੋ ਤੁਸੀਂ? ਐਗਜ਼ਾਮਪਲ ਜਿਹੜੀ ਉਹ ਐਮਪੀ ਆਪਣੇ ਰਵਨੀਤ ਬਿੱਟੂ ਜੀ ਤੇ ਹਰਸਿਮਰਤ ਕੌਰ ਬਾਦਲ ਜੀ ਦਾ ਜੋ ਹੋਇਆ। ਹਾਂ, ਜਿਹੜੀ ਤੂੰ ਮੈਂ ਹੋਈ ਹੈ ਦੋਨਾਂ ਦੇ ਵਿੱਚ। ਦੇਖੋ, ਗੱਲ ਇਹ ਕਿ ਉਹਨਾਂ ਨੇ ਦੋ ਸ਼ਰ ਓਪਨ ਕੀਤੇ ਇੱਕ ਦੂਜੇ ਨੂੰ ਕਿ ਵੀ ਪੌਟ ਕਾਲਿੰਗ ਦਾ ਕੈਟਲ ਬਲੈਕ, ਕਿ ਵੀ ਭਾਂਡਾ ਕਹਿ ਰਿਹਾ ਕੇਤਲੀ ਨੂੰ ਕਿ ਤੂੰ ਮੇਰੇ ਨਾਲੋਂ ਜ਼ਿਆਦਾ ਕਾਲੀ, ਕਹਿੰਦੇ ਤੂੰ ਕਾਲੀ ਹੈ। ਠੀਕ ਹੈ ਨਾ, ਇਹੀ ਹੋਇਆ ਨਾ। ਹੁਣ ਤੁਸੀਂ ਇਹਦੇ ਪਿਛੋਕੜ 'ਚ ਜਾਓ ਕਿ ਜਿਹੜੇ ਫਾਰਮ ਲਾਜ਼ ਹੈਗੇ, ਕਨਸੈਪਟ ਜਿਹੜਾ ਹੈਗਾ ਇਹ ਯੂਪੀਏ ਗਵਰਨਮੈਂਟ ਦੇ ਸਮੇਂ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ, ਇਹ ਕਨਸੈਪਟ ਉਹ ਲੈ ਕੇ ਆਏ ਸੀਗੇ। ਬੇਸਿਕਲੀ ਅਮਰੀਕਨ ਕਨਸੈਪਟ ਹੈਗਾ। ਠੀਕ ਹੈ ਨਾ, ਉਦੋਂ ਇਹ ਕਹਿੰਦੇ ਸੀ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ। ਸੋ ਇਸੇ ਤਰ੍ਹਾਂ ਜਦੋਂ ਆਰਡੀਨੈਂਸ ਆਇਆ ਤਾਂ ਉਦੋਂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਇਹ ਕੇਂਦਰੀ ਮੰਤਰੀ ਸੀ। ਵੱਡੇ ਬਾਦਲ ਸਾਹਿਬ ਨੇ ਲਾਨੀਆਂ ਪ੍ਰੈਸ ਕਾਨਫਰੰਸ ਕਰਕੇ ਕਿਹਾ ਇਹ ਇੰਨੇ ਵਧੀਆ ਕਾਨੂੰਨ ਹੈਗੇ ਆ ਕਿ ਜਿਹੜਾ ਨੇ ਕਮਾਲ ਕਰਤੀ ਹੈ। ਛੋਟੇ ਬਾਦਲ ਉਹਨਾਂ ਨੇ ਵੀ ਕਿਹਾ, ਮੈਡਮ ਨੇ ਵੀ ਕਿਹਾ। ਠੀਕ ਹੈ ਨਾ, ਫਿਰ ਪਤਾ ਨਹੀਂ ਕਿਉਂ ਟਰਨ ਅਰਾਊਂਡ ਹੋ ਗਏ, ਹੁਣ ਮਾੜੇ ਹੋ ਗਏ। ਸੋ ਕਿਸੇ ਨਾ ਕਿਸੇ ਸਮੇਂ ਦੇ ਉੱਤੇ ਇੱਕ ਦੂਜੇ ਨੇ ਇਹਨਾਂ ਨੂੰ ਬਿੱਲਾਂ ਨੂੰ ਸਲਾਹਿਆ, ਕਾਨੂੰਨ ਨੂੰ ਸਰਾਇਆ। ਸੋ ਇਸ ਲਈ ਇੱਕ ਦੂਜੇ ਦੇ ਦੋਸ਼ ਆਰੋਪਣ ਕਰਦੇ ਆ ਕਿ ਭਾਈ ਤੂੰ ਸਰਾਇਆ ਤੂੰ ਮੈਂ ਚੱਲਦੀ ਸੀ ਇਸ ਲਈ। ਤੇ ਸਰ ਕੀ ਲੱਗਦਾ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਬਲੈਕ ਹਾਰਸ ਬਣ ਕੇ ਉੱਭਰੇਗੀ? ਕਿੱਥੇ ਦੇਖਦੇ ਹੋ ਬੀਜੇਪੀ ਨੂੰ ਕਿ ਇਹ ਚੀਜ਼ ਸੱਚ ਹੋਏਗੀ? ਕਿਉਂਕਿ ਜਿਸ ਤਰੀਕੇ ਨਾਲ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ, ਦੇਖਣ 'ਚ ਤਾਂ ਨਹੀਂ ਲੱਗਦਾ ਵੀ ਇਹ ਚੀਜ਼ ਸੱਚ ਹੋਏਗੀ। ਦੇਖੋ, ਗੱਲ ਹੈ ਜਿਹੜੀ ਚੀਜ਼ ਦੇਖਣ 'ਚ ਸੱਚ ਨਾ ਹੋਵੇ ਇਸੇ ਲਈ ਕਹਿਣਾ ਪੈਣਾ ਵੀ ਡਾਰਕ ਹਾਰਸ ਹੈ। ਠੀਕ ਹੈ ਨਾ, ਨਾਟ ਬਲੈਕ ਹਾਰਸ, ਰਾਦਰ ਡਾਰਕ ਹਾਰਸ। ਸੋ ਜਿਹੜਾ ਹੈਗਾ ਕਿ ਡਾਰਕ ਹਾਰਸ ਪ੍ਰੂਵ ਹੋਏਗੀ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਯੂਨਿਟ, ਉਸੇ ਤਰ੍ਹਾਂ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਹੋਈ। ਕਿਉਂਕਿ 2004 ਦੇ ਵਿੱਚ ਸਾਡੇ ਮਰਹੂਮ ਰਾਮ ਪਿਆਰੇ ਪਾਂਡੇ ਜੀ ਸੀਗੇ, ਉਹ ਮਹਾਮੰਤਰੀ ਸੰਗਠਨ ਸੀ। ਉਹਨਾਂ ਨੇ ਜਲੰਧਰ ਦੇ ਵਿੱਚ ਐਲਾਨ ਕੀਤਾ ਸੀਗਾ ਲਗਭਗ 24 ਦਸੰਬਰ ਨੂੰ 2004 ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਸੀ। ਉਹ 'ਚ ਕਿਹਾ ਕਿ ਵੀ ਅਸੀਂ 24 ਕੈਰਟ ਦੀ ਸਰਕਾਰ ਹਰਿਆਣਾ ਦੇ ਵਿੱਚ ਬਣਾਉਣ ਜਾ ਰਹੇ ਹਾਂ। ਠੀਕ ਹੈ ਨਾ, ਉਦੋਂ ਵੀ ਸ਼ਾਇਦ ਬਿਲੀਵ ਨਾ ਕਰਦੇ ਹੋਏ, ਲੇਕਿਨ 10 ਸਾਲਾਂ ਬਾਅਦ ਉਹਨਾਂ ਦਾ ਸੁਪਨਾ ਸਾਕਾਰ ਹੋ ਗਿਆ। ਸੋ ਬੀਜੇਪੀ ਪ੍ਰੂਵ ਟੂ ਬੀ ਡਾਰਕ ਹਾਰਸ ਇਨ ਹਰਿਆਣਾ। ਠੀਕ ਹੈ ਨਾ, ਸੋ ਇਸੇ ਤਰ੍ਹਾਂ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੂਨਿਟ ਨੇ, ਜਿਹੜਾ ਕਿ ਕਿਸੇ ਟਾਈਮ ਦੇ ਉੱਤੇ ਹਰਿਆਣਾ ਯੂਨਿਟ ਨਾਲੋਂ ਅੱਗੇ ਹੁੰਦਾ ਸੀਗਾ, ਉਹਨਾਂ ਨੇ ਵੀ ਅੱਜ ਇੱਕ ਸੁਪਨਾ ਜਿਹੜਾ ਹੈਗਾ ਕਾਰਜਕਰਤਾ ਨੇ ਬਹੁਤ ਦੇਰ ਤੋਂ ਲਿੱਤਾ ਹੋਇਆ ਸੀਗਾ ਕਿ ਵੀ ਸਾਡੀ ਵੀ ਸਰਕਾਰ ਹੋਏਗੀ, ਸਾਡਾ ਵੀ ਮੁੱਖ ਮੰਤਰੀ ਹੋਏਗਾ। ਉਹ ਸਾਕਾਰ ਕਰਨ ਦਾ ਸਮੇਂ ਜਿਹੜਾ ਉਹ ਆ ਗਿਆ। ਔਰ ਇਹ ਚੈਲੰਜ ਵੀ ਹੈ, अपॉर्चुनिटी भी है। आने वाले समय ਦੇ ਵਿੱਚ ਮੈਨੂੰ ਆਸ ਹੀ ਨਹੀਂ, पूर्ण विश्वास है कि भी ये सपना साकार होएगा। वो कहते हैं कि भी एक बार रखते कदम ज़रा झूम के, एक बार रखते धरती को चूम के, रस्ता तेरा है मंजिल तेरी है। सो ਅਸੀਂ ਮੰਜ਼ਿਲ ਵੱਲ ਵਧਾਂਗੇ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਰ, ਸਾਡੇ ਆਫਿਸ 'ਚ ਆਉਣ ਲਈ, ਸਾਨੂੰ ਆਪਣਾ ਸਮਾਂ ਦੇਣ ਲਈ। ਥੈਂਕ ਯੂ। ਅਸੀਂ ਕੀਤੀ ਮਨੋਰੰਜਨ ਕਾਲੀਆ ਜੀ ਨਾਲ ਖਾਸ ਗੱਲਬਾਤ, ਜਿਨ੍ਹਾਂ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਬੀਜੇਪੀ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਇੱਕ ਡਾਰਕ ਹਾਰਸ ਬਣ ਕੇ ਅੱਗੇ ਵਧੇਗੀ ਅਤੇ ਪੰਜਾਬ ਦੇ ਜੋ ਇਲੈਕਸ਼ਨਸ ਹੈ ਉਹ 'ਚ ਜਿੱਤੇਗੀ। ਇਸੇ ਦੇ ਨਾਲ ਕੈਮਰਾਮੈਨ ਬੌਬੀ ਦੇ ਨਾਲ ਮੈਂ ਏਕਤਾ ਸਿੰਗਲਾ, ਤੁਸੀਂ ਦੇਖਦੇ ਰਹੋ ਖਬਰ ਦਿਨ ਪਰ। ਧੰਨਵਾਦ।